ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਤ ਰੂਪ ਗੁਰ ਦਰਸਨੋ ਪੂਰਨ ਬ੍ਰਹਮ ਅਚਰਜ ਦਿਖਾਇਆ। ਸਤਿਨਾਮ ਕਰਤਾ ਪੁਰਖ ਪਾਰ ਬ੍ਰਹਮ ਪਰਮੇਸ਼ਰ ਧਿਆਇਆ। ਸਤਿਗੁਰ ਸ਼ਬਦ ਗਿਆਨ ਸੱਚ ਅਨਹਦ ਧੁਨ ਵਿਸਮਾਦ ਸੁਣਾਇਆ। ਗੁਰਮੁਖ ਪੰਥ ਚਲਾਇਓਨ ਨਾਮਦਾਨ ਇਸਨਾਨ ਦ੍ਰਿੜਾਇਆ। ਗੁਰ ਸਿੱਖ ਦੇ ਗੁਰ ਸਿੱਖ ਕਰ ਸਾਧ ਸੰਗਤ ਸੱਚਖੰਡ ਵਸਾਇਆ। ਸੱਚ ਰਾਸ ਰਹਿ ਰਾਸ ਦੇ ਸਤਿਗੁਰ ਗੁਰ ਸਿੱਖ ਪੈਰੀ ਪਾਇਆ। ਚਰਨ ਕਵਲ ਪ੍ਰਤਾਪ ਜਣਾਇਆ। ਚਰਨ ਕਵਲ ਪ੍ਰਤਾਪ ਜਣਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਦੀਨਾ ਬੰਧੂ ਜੋਤੀ ਸਵੈਰੂਪ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚੋਂ ਆਪ ਜੀ ਨੇ 23ਵੀਂ ਵਾਰ ਦੀ ਪਹਿਲੀ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਵਾਰ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਸਾਧ ਸੰਗਤ ਦੀ ਔਰ ਸਾਧ ਸੰਗਤ ਦੇ ਚਰਨਾਂ ਦੀ ਧੂੜ ਦੀ ਮਹਿਮਾ ਦਾ ਕਥਨ ਕਰਦੇ ਹੈ, ਗੁਰੂ ਦੀ ਮਹਿਮਾ ਕਰਦੇ ਹੈ, ਗੁਰਸਿੱਖਾਂ ਦੀ ਕਰਨੀ ਕਮਾਈ ਦਾ ਜ਼ਿਕਰ ਕਰਦੇ ਹੈ। ਸੋ ਪਹਿਲੀ ਪੌੜੀ ਜੋ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਮੰਗਲਾਚਰਨ ਦੇ ਰੂਪ ਵਿੱਚ ਉਚਾਰਨ ਕੀਤੀ ਹੈ ਔਰ ਦੱਸਿਆ ਹੈ ਕਿ ਸਤਿਗੁਰੂ ਜੀ ਨੇ ਸੰਸਾਰ ਦੇ ਵਿੱਚ ਆ ਕੇ ਗੁਰਸਿੱਖਾਂ ਦੇ ਤਾਈਂ ਸ਼ਬਦ ਦੀ ਦਾਤ ਬਖਸ਼ ਕੇ ਪੂਰਨ ਬ੍ਰਹਮ ਪਰਮੇਸ਼ਰ ਬਾਰੇ ਜਣਾਇਆ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਜੀ ਦੀ 23ਵੀਂ ਵਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਤ੍ਰੈ ਕਾਲ ਆਬਾਦ ਹੈ, ਇੱਕ ਅਦੁੱਤੀ ਹੈ, ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ। ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਸਤ ਰੂਪ ਗੁਰ ਦਰਸਨੋ, ਪੂਰਨ ਬ੍ਰਹਮ ਅਚਰਜ ਦਿਖਾਇਆ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਗੁਰੂ ਦਾ ਦਰਸ਼ਨ ਸਤ ਸਵਰੂਪ ਹੈ। ਸਤ ਰੂਪ ਗੁਰ ਦਰਸਨੋ। ਤੇ ਗੁਰੂ ਨੇ ਕੀ ਕੀਤਾ ਹੈ? ਪੂਰਨ ਬ੍ਰਹਮ, ਜੋ ਪੂਰਨ ਬ੍ਰਹਮ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੈ ਬ੍ਰਹਮ, ਅਚਰਜ ਦਿਖਾਇਆ। ਉਹ ਅਸਚਰਜ ਰੂਪ ਵਿਖਾ ਦਿੱਤਾ। ਗੁਰੂ ਨੇ ਇਹ ਰਹਿਮਤ ਕੀਤੀ, ਪੂਰਨ ਬ੍ਰਹਮ ਨੂੰ ਅਸਚਰਜ ਰੂਪ ਆਪਣੇ ਗੁਰਸਿੱਖਾਂ ਦੇ ਤਾਈਂ ਦਿਖਾਇਆ ਹੈ। ਗੁਰਸਿੱਖਾਂ ਨੂੰ ਦਿਖਾ ਦਿੱਤਾ ਵੀ ਪਰਮਾਤਮਾ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੈ। ਸੋ ਆਪ ਹੀ ਅਕਾਲ ਪੁਰਖ ਨੇ ਸੰਸਾਰ ਦੇ ਭਲੇ ਵਾਸਤੇ ਗੁਰੂ ਸਵਰੂਪ ਧਾਰਿਆ, ਦਰਸ਼ਨ ਦਿੱਤੇ, ਲੋਕਾਈ ਦਾ ਭਲਾ ਕੀਤਾ, ਔਰ ਬ੍ਰਹਮ ਜੋ ਪਰਿਪੂਰਨ ਹੈ ਉਹਦੇ ਬਾਰੇ ਜਣਾਇਆ ਹੈ। ਸਤਿਨਾਮ ਕਰਤਾ ਪੁਰਖ, ਪਾਰ ਬ੍ਰਹਮ ਪਰਮੇਸ਼ਰ ਧਿਆਇਆ। ਗੁਰੂ ਨੇ ਸਤਿਨਾਮ ਕਰਤਾ ਪੁਰਖ ਜੋ ਪਰਮੇਸ਼ਰ ਹੈ ਉਹਨੂੰ ਆਪ ਧਿਆਇਆ ਹੈ, ਆਪ ਸਿਮਰਿਆ ਹੈ, ਅਤੇ ਗੁਰਸਿੱਖਾਂ ਨੂੰ ਉਸ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਅਥਵਾ ਗੁਰੂ ਨੇ ਸੰਸਾਰ ਦੇ ਵਿੱਚ ਆ ਕਰਕੇ ਸਤਿਨਾਮ ਕਰਤਾ ਪੁਰਖ ਇਹ ਮੰਤਰ ਦੱਸ ਕੇ ਆਪ ਪਾਰ ਬ੍ਰਹਮ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਔਰ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਦਾ ਸਿਮਰਨ ਦ੍ਰਿੜ ਕਰਵਾਇਆ ਹੈ। ਸਤਿਗੁਰ ਸ਼ਬਦ ਗਿਆਨ ਸੱਚ, ਅਨਹਦ ਧੁਨ ਵਿਸਮਾਦ ਸੁਣਾਇਆ। ਸਤਿਗੁਰੂ ਦੇ ਸ਼ਬਦ ਦਾ ਗਿਆਨ ਸੱਚਾ ਹੈ, ਕਿਉਂਕਿ ਜਦੋਂ ਬੰਦੇ ਨੂੰ ਭਰਮ ਪੈਂਦਾ ਹੈ ਨਾ, ਉਦੋਂ ਉਸ ਨੂੰ ਇਉਂ ਲੱਗਦਾ ਹੈ ਵੀ ਜੋ ਗੱਲ ਮੈਂ ਸਮਝੀ ਹੈ ਇਹ ਸੱਚੀ ਹੈ। ਪਰ ਜਦੋਂ ਭਰਮ ਦੂਰ ਹੋ ਜਾਂਦਾ ਹੈ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਜੋ ਹੁਣ ਤੱਕ ਮੈਂ ਸਮਝਦਾ ਰਿਹਾ ਇਹ ਸੱਚ ਨਹੀਂ, ਇਹ ਝੂਠ ਸੀ, ਇਹ ਮੇਰਾ ਭੁਲੇਖਾ ਸੀ। ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਬਿਸ਼ਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਜਿਵੇਂ ਰਾਜ ਰੱਜੂ ਰੱਸੀ ਹਨੇਰੇ ਦੇ ਵਿੱਚ ਸੱਪ ਲੱਗਦੀ ਹੈ, ਗਿਆਨ ਸੱਪ ਦਾ ਹੋਇਆ ਹੈ, ਰੱਸੀ ਦਾ ਨਹੀਂ। ਹਨੇਰੇ ਕਰਕੇ ਅਗਿਆਨਤਾ ਦੇ ਹਨੇਰੇ ਵਿੱਚ ਜਿਹੜਾ ਭਟਕਦਾ ਹੈ ਉਹਦਾ ਗਿਆਨ ਸੱਚਾ ਨਹੀਂ ਹੁੰਦਾ। ਪਰ ਜਦੋਂ ਚਾਨਣ ਹੋ ਜਾਵੇ ਉਹੀ ਸੱਪ ਜਿਹੜਾ ਭਰਮ ਕਰਕੇ ਬਣਿਆ ਸੀ ਉਹ ਰੱਸੀ ਬਣ ਜਾਂਦੀ ਹੈ, ਸੱਚਾ ਗਿਆਨ ਹੋ ਜਾਂਦਾ ਹੈ। ਸੋ ਗੁਰੂ ਦਾ ਜਿਹੜਾ ਗਿਆਨ ਹੈ, ਗੁਰੂ ਦੇ ਸ਼ਬਦ ਦਾ ਗਿਆਨ, ਭਾਈ ਗੁਰਦਾਸ ਜੀ ਕਹਿੰਦੇ ਸੱਚਾ ਹੈ। ਕਿਸੇ ਨੂੰ ਭਰਮ ਭੁਲੇਖੇ ਵਿੱਚ ਗੁਰੂ ਦਾ ਸ਼ਬਦ ਨਹੀਂ ਰੱਖਦਾ। ਸਤਿਗੁਰੂ ਦੇ ਸ਼ਬਦ ਨੇ ਸਪਸ਼ਟ ਕਰ ਦਿੱਤਾ ਹੈ ਕਿ ਸ਼ੁਭ ਕਰਮ ਕਰੇਗਾ ਉਹਦਾ ਫਲ ਵੀ ਚੰਗਾ ਮਿਲੇਗਾ, ਭੈੜੇ ਕਰਮ ਕਰੇਗਾ ਉਹਦਾ ਫਲ ਫਿਰ ਦੁੱਖ ਹੈ। ਸੋ ਕਿਸੇ ਵੀ ਭਰਮ ਭੁਲੇਖੇ ਦੇ ਵਿੱਚ ਮਹਾਰਾਜ ਨੇ ਸਾਨੂੰ ਰੱਖਿਆ ਨਹੀਂ ਹੈ। ਸੋ ਸਤਿਗੁਰੂ ਦੇ ਸ਼ਬਦ ਦਾ ਗਿਆਨ ਸੱਚਾ ਹੈ। ਅਨਹਦ ਧੁਨ ਵਿਸਮਾਦ ਸੁਣਾਇਆ, ਅਤੇ ਗੁਰੂ ਨੇ ਸ਼ਬਦ ਦੀ ਦਾਤ ਆਪਣੇ ਸਿੱਖ ਨੂੰ ਦੇ ਕੇ ਜੋ ਅਨਹਦ ਧੁਨੀ ਵਿਸਮਾਦਮਈ ਹੈ ਉਹ ਸੁਣਾ ਦਿੱਤੀ ਹੈ। ਅਨਹਦ ਧੁਨ ਨੂੰ ਗੁਰੂ ਕੇ ਸਿੱਖ ਨੇ ਸੁਣ ਲਿਆ ਹੈ ਅਤੇ ਗੁਰੂ ਨੇ ਸੁਣਾਇਆ ਹੈ। ਗੁਰਮੁਖ ਪੰਥ ਚਲਾਇਓਨ,
ਨਾਮ ਦਾਨ ਇਸਨਾਨ ਦ੍ਰਿੜਾਇਆ। ਗੁਰੂ ਸਾਹਿਬ ਜੀ ਨੇ ਗੁਰਮੁਖਾਂ ਵਾਲਾ ਪੰਥ ਚਲਾਇਆ ਹੈ, ਗੁਰਮੁਖਾਂ ਵਾਲਾ ਰਸਤਾ ਚਲਾਇਆ ਹੈ। ਔਰ ਨਾਮ ਜਪਣਾ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ, ਦਾਨ ਕਰਨਾ ਅਤੇ ਇਸ਼ਨਾਨ, ਇਹ ਦ੍ਰਿੜ ਕਰਵਾਇਆ ਹੈ। ਹਰੇਕ ਗੁਰਸਿੱਖ ਨੂੰ ਮਹਾਰਾਜ ਦੀ ਇਹ ਸਿੱਖਿਆ ਹੈ, ਗੁਰਮੁਖ ਨਾਮ ਦਾਨ ਇਸ਼ਨਾਨ। ਨਾਮ ਜਪਣਾ, ਦਾਨ ਕਰਨਾ ਅਤੇ ਇਸ਼ਨਾਨ ਕਰਨਾ, ਇਹ ਗੁਰਸਿੱਖੀ ਦੇ ਵਿੱਚ ਸਤਿਗੁਰੂ ਨੇ ਦ੍ਰਿੜ ਕਰਵਾ ਦਿੱਤਾ, ਪੱਕਾ ਕਰਾ ਦਿੱਤਾ ਹੈ। ਗੁਰ ਸਿੱਖ ਦੇ ਗੁਰ ਸਿੱਖ ਕਰ, ਸਾਧ ਸੰਗਤ ਸੱਚਖੰਡ ਵਸਾਇਆ। ਹੋਰ ਗੁਰੂ ਨੇ ਕੀ ਕੀਤਾ ਸੰਸਾਰ ਵਿੱਚ ਆ ਕੇ? ਗੁਰ ਸਿੱਖ ਦੇ ਕਰ, ਗੁਰ ਸਿੱਖ ਦੇ ਗੁਰ ਸਿੱਖ ਕਰ। ਗੁਰੂ ਨੇ ਸਿੱਖਿਆ ਦੇ ਕੇ ਗੁਰਸਿੱਖ ਬਣਾ ਦਿੱਤਾ। ਅਤੇ ਫਿਰ ਗੁਰਸਿੱਖ ਦੇ ਬੈਠਣ ਵਾਸਤੇ ਸਾਧ ਸੰਗਤ ਰੂਪੀ ਸੱਚਖੰਡ ਵਸਾ ਦਿੱਤਾ, ਜਿੱਥੇ ਗੁਰਸਿੱਖ ਨੇ ਬੈਠ ਕੇ ਸ਼ਬਦ ਦੀ ਵਿਚਾਰ ਕਰਨੀ ਹੈ, ਸ਼ਬਦ ਦੀ ਵਿਚਾਰ ਸੁਣਨੀ ਹੈ, ਗੁਰੂ ਕੀ ਬਾਣੀ ਦੇ ਨਾਲ ਜੁੜਨਾ ਹੈ, ਬਾਣੀ ਨੂੰ ਵਿਚਾਰਨਾ ਹੈ। ਸਾਧ ਸੰਗਤ ਰੂਪੀ ਸੱਚਖੰਡ ਵਸਾਇਆ ਵੀ ਇੱਥੇ ਗੁਰਸਿੱਖਾਂ ਨੇ ਵਾਸਾ ਕਰਨਾ ਹੈ, ਬ੍ਰਹਮ ਦੀ ਵਿਚਾਰ ਕਰਨੀ ਹੈ। ਸੋ ਐਸੀ ਗੁਰੂ ਨੇ ਕਿਰਪਾ ਕੀਤੀ ਹੈ। ਸੱਚ ਰਾਸ ਰਹਿ ਰਾਸ ਦੇ, ਸਤਿਗੁਰ ਗੁਰਸਿੱਖ ਪੈਰੀ ਪਾਇਆ। ਸੱਚੀ ਰਾਸ ਦਿੱਤੀ ਹੈ ਗੁਰੂ ਨੇ। ਰਾਸ ਦਾ ਅਰਥ ਹੁੰਦਾ ਪੂੰਜੀ। ਸੱਚੀ ਨਾਮ ਦੀ ਪੂੰਜੀ ਦਿੱਤੀ ਹੈ, ਸੱਚੀ ਸ਼ਰਧਾ ਦੀ ਪੂੰਜੀ ਦਿੱਤੀ ਹੈ ਗੁਰੂ ਨੇ। ਰਹਿਰਾਸ ਦੇ ਅਤੇ ਨਾਲ ਰਹਿਰਾਸ ਰਹੋਰੀਤ ਮਰਿਆਦਾ ਦਿੱਤੀ ਹੈ ਸਿੱਖ ਨੂੰ। ਸਿੱਖਾ ਇਸ ਮਰਿਆਦਾ ਦੇ ਦਾਇਰੇ ਵਿੱਚ ਤੂੰ ਰਹਿਣਾ ਹੈ। ਸਤਿਗੁਰ ਗੁਰਸਿੱਖ ਪੈਰੀ ਪਾਇਆ। ਸਤਿਗੁਰੂ ਨੇ ਗੁਰਸਿੱਖ ਨੂੰ ਆਪਣੇ ਪੈਰੀਂ ਪਾ ਕੇ ਸੰਸਾਰ ਤੋਂ ਉਹਦਾ ਪਾਰ ਉਤਾਰਾ ਕਰ ਦਿੱਤਾ ਹੈ। ਇੱਥੇ ਪਾਠ ਇਸ ਤਰ੍ਹਾਂ ਹੈ, ਸਤਿਗੁਰ ਗੁਰਸਿੱਖ ਪੈਰੀ ਪਾਇਆ। ਸਤਿਗੁਰੂ ਨੇ ਗੁਰਸਿੱਖ ਨੂੰ ਆਪਣੇ ਪੈਰੀਂ ਪਾ ਕੇ ਚਰਨੀ ਲਾ ਕੇ ਅਤੇ ਰਹਿਮਤ ਕਰਕੇ ਸੱਚੀ ਰਾਸ ਰਹੁ-ਰੀਤ ਦੇ ਕੇ ਸੰਸਾਰ ਤੋਂ ਪਾਰ ਕਰ ਦਿੱਤਾ ਹੈ। ਚਰਨ ਕਵਲ ਪ੍ਰਤਾਪ ਜਣਾਇਆ। ਗੁਰੂ ਨੇ ਚਰਨਾਂ ਕਮਲਾਂ ਦਾ ਤੇਜ ਪ੍ਰਤਾਪ ਗੁਰਸਿੱਖ ਨੂੰ ਜਣਾਇਆ ਹੈ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਾਂਗੇ ਤਾਂ ਸਾਰੇ ਖਜ਼ਾਨੇ, ਸਾਰੇ ਸੁੱਖ ਮਿਲਣਗੇ, ਅਤੇ ਗੁਰੂ ਤੋਂ ਬੇਮੁਖ ਹੋ ਗਏ ਤਾਂ ਲੋਕ ਪਰਲੋਕ ਦੇ ਵਿੱਚ ਕੋਈ ਥਾਂ ਨਹੀਂ ਮਿਲਣੀ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਸੋ ਚਰਨਾਂ ਕਮਲਾਂ ਦਾ ਪ੍ਰਤਾਪ ਗੁਰੂ ਨੇ ਜਣਾਇਆ ਹੈ। ਸੋ ਐਸੀ ਕਿਰਪਾ ਗੁਰੂ ਨੇ ਕੀਤੀ ਹੈ। ਅਗਲੀ ਦੂਸਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਰਹਿਮਤ ਕਰਦੇ ਨੇ ਕਿ ਜਿਹੜੇ ਗੁਰਸਿੱਖ ਸਾਧ ਹਨ ਉਹ ਕਿੱਡੇ ਉੱਚੇ ਨੇ, ਕਿੱਡੇ ਮਹਾਨ ਹਨ। ਉਹਨਾਂ ਦੀ ਚਰਨ ਧੂੜੀ ਮਸਤਕ ਨੂੰ ਲੱਗ ਜਾਏ ਤਾਂ ਵਡਭਾਗੀ ਆਪਣੇ ਆਪ ਨੂੰ ਸਮਝੀਏ। ਤੀਰਥ ਨਾਤੈ ਪਾਪ ਜਾਨ, ਪਤ ਤੇ ਉਦਾਹਰਣ ਨਾਉ ਤਰਾਇਆ। ਤੀਰਥਾਂ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਪਾਪ ਜਾਨ, ਲੋਕ ਕਹਿੰਦੇ ਆ ਕਿ ਪਾਪ ਚਲੇ ਜਾਂਦੇ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਵਿੱਚ ਅਤੇ ਅਗਲੀਆਂ ਪੌੜੀਆਂ ਦੇ ਵਿੱਚ ਵੀ ਦ੍ਰਿਸ਼ਟਾਂਤ ਦੇ ਕੇ ਸਮਝਾਉਣਗੇ ਵੀ ਗੁਰਸਿੱਖ ਸਾਧੂ ਜਿਹੜਾ ਨਾ ਉਹ ਕਿੱਡਾ ਉੱਚਾ ਹੈ। ਤੀਰਥ ਤਾਂ ਬਹੁਤ ਨੀਵੇਂ ਰਹਿ ਗਏ। ਸਾਧ ਸੰਗਤ ਦੇ ਚਰਨਾਂ ਦੀ ਧੂੜ ਤੀਰਥਾਂ ਤੋਂ ਕਿਤੇ ਉੱਚੀ ਹੈ। ਤੀਰਥ ਨਾਤੈ ਪਾਪ ਜਾਨ। ਲੋਕ ਇਹ ਗੱਲ ਕਹਿੰਦੇ ਆ ਕਿ ਤੀਰਥਾਂ ਦੇ ਉੱਤੇ ਨਹਾਤਿਆਂ ਪਾਪ ਚਲੇ ਜਾਂਦੇ ਹੈ। ਇਸੇ ਲਈ ਪਤਤ ਉਦਾਹਰਣ ਨਾਉ ਤਰਾਇਆ।
ਲੋਕਾਂ ਨੇ ਇਹ ਗੱਲ ਮੰਨ ਕੇ ਮਨ ਵਿੱਚ ਵੀ ਪਾਪ ਚਲੇ ਜਾਂਦੇ ਆ ਤੀਰਥ 'ਤੇ ਇਸ਼ਨਾਨ ਕਰਨ ਨਾਲ, ਅਤੇ ਤੀਰਥਾਂ ਦਾ ਨਾਂ ਜਿਹੜਾ ਨਾ ਉਹ ਪਤਿਤ ਉਦਾਹਰਣ ਰੱਖ ਦਿੱਤਾ। ਤੀਰਥਾਂ ਨੂੰ ਕੀ ਕਹਿਣ ਲੱਗ ਪਏ ਲੋਕੀ? ਪਤਿਤ ਉਦਾਹਰਣ, ਕੀ ਪਾਪੀਆਂ ਨੂੰ ਤਾਰਨ ਵਾਲੇ ਹੈ। ਇੱਥੇ ਤੀਰਥਾਂ ਵਿੱਚ ਨਹਾਤਿਆਂ ਪਾਪ ਦੂਰ ਹੋ ਜਾਂਦੇ ਹੈ। ਇਹ ਲੋਕਾਂ ਦੀ ਮਨੌਤ ਹੈ, ਲੋਕ ਮੰਨਦੇ ਹੈ। ਅਤੇ ਭਾਈ ਗੁਰਦਾਸ ਸਾਹਿਬ ਅੱਗੇ ਫਰਮਾਉਂਦੇ ਸੁਣੋ, ਤੀਰਥ ਹੋਣ ਸਕਾਰਥੇ ਸਾਧ ਜਨਾਂ ਦਾ ਦਰਸ਼ਨ ਪਾਇਆ। ਭਾਈ ਸਾਹਿਬ ਜੀ ਕਹਿੰਦੇ ਜਿਹੜੇ ਤੀਰਥ ਨੇ ਇਹ ਤਾਂ ਸਕਾਰਥੇ ਹੁੰਦੇ ਹੈ, ਤਾਂ ਸਫਲੇ ਹੁੰਦੇ ਹੈ ਜਦੋਂ ਸਾਧੂ ਜਨਾਂ ਦਾ ਦਰਸ਼ਨ ਪਾ ਲੈਂਦੇ ਹੈ। ਲੋਕ ਤਾਂ ਕਹਿੰਦੇ ਆ ਵੀ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਪਾਪ ਦੂਰ ਹੋ ਜਾਂਦੇ ਹੈ, ਤੀਰਥ ਜਿਹੜੇ ਉਹ ਪਤਿਤ ਪਾਵਨ ਹਨ, ਪਤਿਤ ਉਦਾਹਰਣ ਹਨ, ਇਹ ਨਾਂ ਰੱਖ ਦਿੱਤਾ। ਪਰ ਤੀਰਥ ਆਪ ਤਾਂ ਸਫਲੇ ਹਨ ਜਦੋਂ ਸਾਧੂ ਜਨਾਂ ਦਾ ਦਰਸ਼ਨ ਪਾ ਲੈਂਦੇ ਹੈ। ਕਿਉਂਕਿ ਸਾਧੂ ਜਨ ਆਪਣੇ ਚਰਨ ਜਦੋਂ ਤੀਰਥ ਵਿੱਚ ਪਾਉਂਦੇ ਹੈ ਤਾਂ ਤੀਰਥਾਂ ਦੇ ਵੀ ਮੈਲ ਨੂੰ, ਪਾਪ ਨੂੰ ਦੂਰ ਕਰ ਦਿੰਦੇ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ, ਗੰਗਾ ਜਮਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਕਿਲ ਬਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਕਹਿੰਦੇ ਜਿੰਨੇ ਤੀਰਥ ਨੇ ਨਾ, ਗੰਗਾ ਜਮਨਾ ਗੋਦਾਵਰੀ ਸਰਸਵਤੀ, ਇਹ ਤਾਂ ਉਦਮ ਯਤਨ ਕਰਦੇ ਰਹਿੰਦੇ ਆ ਤੀਰਥ ਵੀ ਸਾਧੂ ਜਨਾਂ ਦੀ ਚਰਨ ਧੂੜੀ ਮਿਲੇ, ਕੋਈ ਸਾਧੂ ਆ ਕੇ ਸਾਡੇ ਵਿੱਚ ਆਪਣੇ ਚਰਨ ਪਾਵੇ। ਕਿਲ ਬਿਖ ਮੈਲ ਭਰੇ ਪਰੇ ਹਮਰੇ ਵਿੱਚ, ਇਹ ਕਹਿੰਦੇ ਆ ਵੀ ਪਾਪਾਂ ਦੀ ਮੈਲ ਸਾਡੇ ਵਿੱਚ ਭਰੀ ਹੋਈ ਹੈ। ਹਮਰੀ ਮੈਲ ਸਾਧੂ ਕੀ ਧੂਰ ਗਵਾਈ, ਸਾਡੀ ਜਿਹੜੀ ਮੈਲ ਹੈ ਨਾ ਉਹ ਸਾਧੂ ਦੀ ਚਰਨ ਧੂੜੀ ਦੂਰ ਕਰਦੀ ਹੈ। ਤੀਰਥ ਚਾਹੁੰਦੇ ਹੈ ਵੀ ਸਾਧੂਆਂ ਦੀ ਚਰਨ ਧੂੜ ਮਿਲੇ, ਪਰ ਲੋਕ ਉਹ ਤੀਰਥਾਂ ਨੂੰ ਮਹਾਨ ਸਮਝਦੇ ਹੈ, ਜਦੋਂ ਕਿ ਸਾਧੂ ਜਨ ਉੱਤਮ ਹਨ, ਮਹਾਨ ਹਨ। ਹੁਣ ਅੱਗੇ ਭਾਈ ਗੁਰਦਾਸ ਜੀ ਦੱਸਦੇ ਹੈ ਵੀ ਸਾਧੂ ਬਣਦਾ ਕਿਵੇਂ ਹੈ। ਸਾਧ ਹੋਏ ਮਨ ਸਾਧ ਕੈ, ਚਰਨ ਕਵਲ ਗੁਰ ਚਿੱਤ ਵਸਾਇਆ। ਮਨ ਨੂੰ ਸਾਧ ਕੇ ਸਾਧ ਬਣਦਾ ਹੈ, ਜਿਸ ਨੇ ਆਪਣੇ ਮਨ ਨੂੰ ਸਾਧ ਲਿਆ, ਮਨ 'ਤੇ ਕਾਬੂ ਪਾ ਲਿਆ, ਮਨ ਦੀਆਂ ਭੈੜੀਆਂ ਵਾਸ਼ਨਾਵਾਂ ਨੂੰ ਮੇਟ ਦਿੱਤਾ। ਭਾਈ ਸਾਹਿਬ ਜੀ ਕਹਿੰਦੇ ਉਹ ਬਣਦਾ ਏ ਸਾਧੂ। ਅਤੇ ਫਿਰ ਉਹ ਸਦਾ ਹੀ ਗੁਰੂ ਦੇ ਚਰਨਾਂ ਕਮਲਾਂ ਨੂੰ ਆਪਣੇ ਚਿੱਤ ਵਿੱਚ ਵਸਾ ਕੇ ਰੱਖਦਾ ਹੈ, ਉਹਨੂੰ ਸਾਧੂ ਕਹਿੰਦੇ ਹੈ। ਨਾਮ ਦੇ ਵਿੱਚ ਸਦਾ ਹੀ ਰੰਗੇ ਰਹਿਣ ਵਾਲੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਉਹਨੇ ਰੱਬ ਦੇ ਪਿਆਰੇ ਪੂਰੇ, ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਹੈ। ਸੋ ਸਾਧੂ ਬਣਦਾ ਹੈ ਮਨ ਨੂੰ ਸਾਧ ਕੇ। ਉਪਮਾ ਸਾਧ ਅਗਾਧ ਬੋਧ, ਕੋਟ ਮੱਧੇ ਕੋ ਸਾਧ ਸੁਣਾਇਆ। ਸਾਧੂ ਦੀ ਉਪਮਾ ਬੜੀ ਅਗਾਧ ਬੋਧ ਹੈ, ਡੂੰਘੀ ਹੈ, ਅਥਵਾ ਸਾਧੂ ਦੀ ਜਿਹੜੀ ਉਪਮਾ ਹੈ ਅਗਾਧ ਬੋਧ, ਉਹਦੀ ਉਪਮਾ ਦੀ ਵਿਚਾਰ ਬੜੀ ਡੂੰਘੀ ਹੈ। ਕਰੋੜਾਂ ਵਿੱਚੋਂ ਕੋਈ ਵਿਰਲਾ ਸਾਧ ਸੁਣੀਦਾ ਹੈ। ਕਰੋੜਾਂ ਵਿੱਚ ਵਿਰਲੇ ਹੁੰਦੇ ਹੈ ਜਿਹੜੇ ਸਾਧੂ ਹੁੰਦੇ ਹੈ, ਨਹੀਂ ਤਾਂ ਭੇਖੀ ਦੁਨੀਆ ਬਥੇਰੀ ਮਿਲਦੀ ਹੈ। ਸੋ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਸੁਖਮਨੀ ਸਾਹਿਬ ਵਿੱਚ ਤੁਸੀਂ ਪੜ੍ਹੋ, ਸਾਧ ਕੀ ਮਹਿਮਾ ਵੇਦ ਨਾ ਜਾਣਹਿ। ਵੇਦ ਵੀ ਸਾਧੂ ਦੀ ਮਹਿਮਾ ਜਾਣਦਾ ਨਹੀਂ। ਜੇਤਾ ਸੁਨਹਿ ਤੇਤਾ ਬਖਿਆਨ ਹੈ, ਜਿੰਨਾ ਉਹਨਾਂ ਸੁਣਿਆ ਲਿਖ ਦਿੱਤਾ ਉਹਨਾਂ ਹੀ ਵਖਿਆਨ ਕਰਦੇ ਹੈ। ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧੂ ਦੀ ਉਪਮਾ ਤਾਂ ਇਹ ਤਿੰਨਾਂ ਗੁਣਾਂ ਤੋਂ ਬਾਹਰੀ ਹੈ।
ਇਹ ਤਿੰਨਾਂ ਗੁਣਾਂ ਵਾਲੀ ਸੰਸਾਰ ਦੀ ਜਿਹੜੀ ਰਚਨਾ ਕੋਈ ਸਾਧੂ ਦੀ ਉਪਮਾ ਕਰ ਹੀ ਨਹੀਂ ਸਕਦਾ। ਇਹਦੇ ਵਿੱਚ ਸਾਧ ਕੀ ਉਪਮਾ ਰਹੀ ਭਰਪੂਰ, ਸਾਰਿਆਂ ਥਾਵਾਂ 'ਤੇ ਪਰਿਪੂਰਨ ਹੋ ਰਹੀ ਹੈ ਸਾਧੂ ਦੀ ਉਪਮਾ। ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਾਧੂ ਵਿੱਚ ਅਤੇ ਪਰਮੇਸ਼ਰ ਵਿੱਚ ਸਾਹਿਬ ਕਹਿੰਦੇ ਕੋਈ ਭੇਦ ਨਹੀਂ, ਫਰਕ ਨਹੀਂ, ਇੱਕ ਰੂਪ ਹੋ ਜਾਂਦੇ ਹੈ। ਸੋ ਉਪਮਾ ਸਾਧ ਅਗਾਧ ਬੋਧ, ਸਾਧੂ ਦੀ ਉਪਮਾ ਦੀ ਵਿਚਾਰ ਬਹੁਤ ਡੂੰਘੀ ਹੈ ਅਤੇ ਕਰੋੜਾਂ ਵਿੱਚੋਂ ਕੋਈ ਸਾਧੂ ਸੁਣੀਦਾ ਹੈ। ਗੁਰਸਿੱਖ ਸਾਧ ਅਸੰਖ ਜਗ, ਧਰਮਸਾਲ ਥਾਏ ਥਾਏ ਸੁਹਾਇਆ। ਗੁਰਸਿੱਖ ਸਾਧ ਜਿਹੜੇ ਨੇ ਉਹ ਅਣਗਿਣਤ ਹੀ ਹਨ ਸੰਸਾਰ ਵਿੱਚ। ਗੁਰਸਿੱਖ ਸਾਧ, ਗੁਰੂ ਕੇ ਸਿੱਖ ਕੀ ਹਨ? ਸਾਧ। ਗੁਰਸਿੱਖਾਂ ਨੇ ਮਨ ਨੂੰ ਸਾਧਿਆ, ਮਨ ਨੂੰ ਕਾਬੂ ਵਿੱਚ ਕੀਤਾ ਹੋਇਆ, ਮਨ ਦੀਆਂ ਵਾਸ਼ਨਾਵਾਂ ਨੂੰ ਰੋਕਿਆ ਹੈ। ਸੋ ਗੁਰਸਿੱਖ ਸਾਧੂ ਅਣਗਿਣਤ ਹੀ ਹਨ ਸੰਸਾਰ ਵਿੱਚ, ਕੋਈ ਗਿਣਤੀ ਨਹੀਂ। ਕਿੱਥੇ ਮਿਲਦੇ ਨੇ? ਧਰਮਸਾਲ ਥਾਏ ਥਾਏ ਸੁਹਾਇਆ। ਅਤੇ ਜਿੱਥੇ ਧਰਮਸ਼ਾਲਾਵਾਂ ਥਾਂ ਥਾਂ 'ਤੇ ਸ਼ੋਭਦੀਆਂ ਹਨ, ਉਹਨਾਂ ਧਰਮਸ਼ਾਲਾਵਾਂ ਦੇ ਵਿੱਚ ਗੁਰ ਅਸਥਾਨਾਂ 'ਤੇ ਗੁਰਸਿੱਖ ਸਾਧੂ ਮਿਲਦੇ ਆ, ਉਹਨਾਂ ਦੇ ਦਰਸ਼ਨ ਹੁੰਦੇ ਹੈ। ਪੈਰੀ ਪੈ ਪੈਰ ਧੋਵਣੇ, ਚਰਨੋਦਕ ਲੈ ਪੈਰ ਪੁਜਾਇਆ। ਅਤੇ ਧਰਮਸ਼ਾਲਾ ਦੇ ਵਿੱਚ ਜਿਹੜੇ ਗੁਰਸਿੱਖ ਸਾਧ ਬੈਠੇ ਹੈ, ਉਹਨਾਂ ਵਿੱਚ ਕਿੰਨੀ ਨਿਮਰਤਾ ਹੈ। ਉਹ ਆਏ ਹੋਏ ਗੁਰਸਿੱਖਾਂ ਦੇ ਪੈਰਾਂ ਨੂੰ ਧੋ ਕੇ ਚਰਨੋਦਕ ਲੈ ਪੈਰ ਪੁਜਾਇਆ, ਚਰਨਾ ਅੰਮ੍ਰਿਤ ਲੈ ਕੇ ਉਹਨਾਂ ਦੇ ਪੈਰਾਂ ਨੂੰ ਪੂਜਦੇ, ਉਹਨਾਂ ਦੇ ਚਰਨਾਂ ਦੀ ਪੂਜਾ ਕਰਦੇ ਹੈ। ਐਸੀ ਨਿਮਰਤਾ ਹੈ ਉਹਨਾਂ ਗੁਰਸਿੱਖ ਸਾਧੂਆਂ ਦੇ ਵਿੱਚ। ਜਦੋਂ ਗੁਰਸਿੱਖ ਧਰਮਸ਼ਾਲ ਵਿੱਚ ਆਉਂਦੇ ਹੈ ਅਤੇ ਉਹਨਾਂ ਦੇ ਪੈਰੀਂ ਪੈਂਦੇ ਹੈ, ਨਮਸਕਾਰ ਕਰਦੇ ਹੈ, ਪੈਰ ਧੋਂਦੇ ਹੈ, ਚਰਨਾ ਅੰਮ੍ਰਿਤ ਲੈ ਕੇ ਅਤੇ ਉਹਨਾਂ ਦੇ ਚਰਨਾਂ ਨੂੰ ਪੂਜਦੇ ਹਨ। ਗੁਰਮੁਖ ਸੁਖ ਫਲ ਅਲਖ ਲਖਾਇਆ। ਸੋ ਇਹੋ ਜਿਹੇ ਗੁਰਮੁਖਾਂ ਨੇ ਅਲਖ ਪਰਮਾਤਮਾ ਨੂੰ ਜਾਣ ਲਿਆ ਹੈ ਔਰ ਉਹਨਾਂ ਗੁਰਮੁਖਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੋਈ ਹੈ। ਤੀਸਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰਸਿੱਖਾਂ ਦੇ ਔਰ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਦਾ ਜ਼ਿਕਰ ਕਰਦੇ ਹੈ। ਪੰਜ ਤਤ ਉਤਪਤ ਕਰ, ਗੁਰਮੁਖ ਧਰਤੀ ਆਪ ਗਵਾਇਆ। ਪੰਜ ਤੱਤ ਜਿਹੜੇ ਹੈ ਇਹ ਪਰਮਾਤਮਾ ਨੇ ਪੈਦਾ ਕੀਤੇ ਹੈ। ਆਪ ਤੇਜ ਬਾਏ ਪ੍ਰਿਥਵੀ ਆਕਾਸਾ, ਪਾਣੀ ਬਣਾਇਆ, ਧਰਤੀ ਬਣਾਈ, ਅੱਗ ਬਣਾਈ, ਆਕਾਸ਼ ਬਣਾਇਆ। ਸੋ ਇਹ ਪੰਜੇ ਤੱਤ ਜਿਹੜੇ ਆ ਨਾ ਪਰਮਾਤਮਾ ਨੇ ਬਣਾਏ ਹੈ। ਇਹਨਾਂ ਦੇ ਵਿੱਚੋਂ ਗੁਰਮੁਖ ਧਰਤੀ ਆਪ ਗਵਾਇਆ। ਇਹ ਜਿਹੜੇ ਪੰਜ ਤੱਤ ਨੇ ਨਾ, ਅੱਗ, ਪਾਣੀ, ਧਰਤੀ, ਆਕਾਸ਼ ਅਤੇ ਹਵਾ, ਇਹਨਾਂ ਪੰਜਾਂ ਤੱਤਾਂ ਦੇ ਵਿੱਚੋਂ ਗੁਰਮੁਖ ਨੇ ਕੀ ਕੀਤਾ ਹੈ? ਗੁਰਮੁਖ ਧਰਤੀ ਆਪ ਗਵਾਇਆ। ਗੁਰਮੁਖ ਨੇ ਧਰਤੀ ਦਾ ਗੁਣ ਲੈ ਕੇ ਆਪਾ ਭਾਵ ਗਵਾ ਦਿੱਤਾ ਹੈ। ਜਿਵੇਂ ਧਰਤੀ ਜਿਹੜੀ ਹੈ ਨਾ ਉਹ ਸਾਰਿਆਂ ਦੇ ਪੈਰਾਂ ਹੇਠ ਹੈ। ਨਿਮਰਤਾ ਦਾ ਗੁਣ ਹੈ ਇਹਦੇ ਵਿੱਚ, ਧੀਰਜ ਵਾਲੀ ਹੈ, ਹੌਸਲੇ ਵਾਲੀ ਹੈ, ਕਿੰਨਾ ਭਾਰ ਹੈ। ਪਰਬਤਾਂ ਦਾ, ਰੁੱਖਾਂ ਦਾ, ਮਨੁੱਖਾਂ, ਪਸ਼ੂਆਂ, ਪੰਛੀਆਂ ਦਾ ਸਹਾਰਦੀ ਹੈ। ਤੋ ਧਰਤੀ ਦੇ ਵਿੱਚੋਂ ਗੁਰਮੁਖਾਂ ਨੇ ਗੁਣ ਲੈ ਕੇ ਧਾਰਨ ਕੀਤਾ, ਆਪਾ ਭਾਵ ਗਵਾ ਦਿੱਤਾ। ਧਰਤੀ ਹਉਮੈ ਨਹੀਂ ਕਰਦੀ, ਤਾਂ ਹੀ ਤਾਂ ਸਾਰਿਆਂ ਦੇ ਪੈਰਾਂ ਹੇਠ ਹੈ। ਚਰਨ ਕਵਲ ਸਰਣਾਗਤੀ, ਸਭ ਨਿਧਾਨ ਸਭੇ ਫਲ ਪਾਇਆ। ਗੁਰਮੁਖ ਕੀ ਕਰਦੇ ਨੇ? ਗੁਰੂ ਦੇ ਚਰਨਾਂ ਕਮਲਾਂ ਦੀ ਸ਼ਰਨ ਗ੍ਰਹਿਣ ਕਰਦੇ ਹੈ। ਸਰਣਾਗਤੀ, ਸ਼ਰਨ ਦੇ ਵਿੱਚ ਆਗਤੀ ਆ ਜਾਂਦੇ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਹੈ। ਸਭ ਨਿਧਾਨ ਸਭੇ ਫਲ ਪਾਇਆ। ਅਤੇ ਗੁਰੂ ਚਰਨਾਂ ਦੀ ਸ਼ਰਨ ਗ੍ਰਹਿਣ ਕਰਨ ਦੇ ਨਾਲ ਗੁਰਮੁਖਾਂ ਨੇ ਸਾਰੇ ਖਜ਼ਾਨੇ, ਸਾਰੇ ਫਲ ਪ੍ਰਾਪਤ ਕਰ ਲਏ ਹਨ।
ਲੋਕ ਵੇਦ ਗੁਰ ਗਿਆਨ ਵਿੱਚ, ਸਾਧੂ ਧੂੜ ਜਗਤ ਤਰਾਇਆ। ਲੋਕਾਂ ਦੀ ਕਥਨੀ ਔਰ ਧਰਮ ਪੁਸਤਕਾਂ ਵੇਦਾਂ ਦੇ ਕਥਨ ਵਿੱਚ ਔਰ ਗਿਆਨ ਵਿੱਚ, ਗੁਰੂ ਦੇ ਗਿਆਨ ਦੇ ਵਿੱਚ ਇਹ ਗੱਲ ਦੱਸੀ ਗਈ ਹੈ। ਕਿਹੜੀ? ਸਾਧੂ ਧੂੜ ਜਗਤ ਤਰਾਇਆ, ਕਿ ਸਾਧੂ ਦੀ ਧੂੜੀ ਨੇ ਸੰਸਾਰ ਨੂੰ ਤਾਰ ਦਿੱਤਾ ਹੈ। ਸੋ ਇੰਨੀ ਪਵਿੱਤਰ ਹੈ ਨਾਮ ਰਸੀਏ ਸਾਧੂ ਦੀ ਚਰਨ ਧੂੜ, ਭਾਵ ਦੇ ਚਰਨਾਂ ਦੇ ਵਿੱਚ ਰਹਿਣਾ, ਸੇਵਾ ਕਰਨੀ, ਸਿਮਰਨ ਬੰਦਗੀ ਕਰਨੀ, ਇੰਨੀ ਬਰਕਤ ਹੈ ਕਿ ਸੰਸਾਰ ਤੋਂ ਉਹ ਤਰ ਜਾਂਦਾ ਹੈ। ਪਤਤ ਪੁਨੀਤ ਕਰਾਏ ਕੈ, ਪਾਵਨ ਪੁਰਖ ਪਵਿੱਤਰ ਕਰਾਇਆ। ਸਾਧੂ ਦੇ ਚਰਨਾਂ ਦੀ ਧੂੜੀ ਜਿਹੜੀ ਹੈ ਨਾ, ਉਹ ਪਾਪੀਆਂ ਨੂੰ ਪਵਿੱਤਰ ਕਰ ਦਿੰਦੀ ਹੈ। ਪਾਪੀਆਂ ਨੂੰ ਪਵਿੱਤਰ ਕਰਕੇ ਪਾਵਨ ਪੁਰਖ, ਅਤੇ ਜਿਹੜੇ ਪਵਿੱਤਰ ਪੁਰਖ ਨੇ ਉਹਨਾਂ ਦੀ ਪਵਿੱਤਰਤਾ ਨੂੰ ਇਹ ਕਾਇਮ ਰੱਖਦੀ ਹੈ। ਸੋ ਪਾਵਨ ਪੁਰਖ ਜਿਹੜੇ ਹੈ ਨਾ, ਉਹ ਵੀ ਇਸ ਸਾਧੂ ਦੀ ਚਰਨ ਧੂੜੀ ਕਰਕੇ ਹੀ ਪਵਿੱਤਰ ਰਹਿੰਦੇ ਹੈ। ਚਰਣੋਦਕ ਮਹਿਮਾ ਅਮਿਤ, ਸੇਖ ਸਹਿਸ ਮੁਖ ਅੰਤ ਨਾ ਪਾਇਆ। ਚਰਨੋਦਕ ਗੁਰਸਿੱਖ ਸਾਧੂਆਂ ਦੇ ਚਰਨਾਮ੍ਰਿਤ ਦੀ ਮਹਿਮਾ ਅਮਿਤ ਮਿਣਤੀ ਤੋਂ ਰਹਿਤ ਹੈ। ਜਿਹੜਾ ਸ਼ੇਸ਼ ਨਾਗ ਹੈ 1000 ਮੁੱਖਾਂ ਵਾਲਾ, ਉਹ ਵੀ ਅੰਤ ਨਹੀਂ ਪਾ ਸਕਦਾ। ਇੰਨੀ ਮਹਿਮਾ ਹੈ ਗੁਰਸਿੱਖ ਦੇ ਚਰਨਾਂ ਦੀ ਧੂੜ ਦੀ, ਚਰਨਾਮ੍ਰਿਤ ਦੀ। 1000 ਮੁੱਖ ਵਾਲਾ ਸ਼ੇਸ਼ ਨਾਗ ਉਹ ਵੀ ਅੰਤ ਨਹੀਂ ਪਾ ਸਕਦਾ। ਧੂੜੀ ਲੇਖ ਮਿਟਾਇਆ, ਚਰਨੋਦਕ ਮਨ ਵਸ ਗਤ ਆਇਆ। ਸੋ ਗੁਰਸਿੱਖ ਸਾਧੂ ਦੇ ਚਰਨਾਂ ਦੀ ਧੂੜ ਨਾਲ ਜਿਹੜੇ ਭੈੜੇ ਲੇਖ ਨੇ ਉਹ ਮਿਟ ਜਾਂਦੇ ਹੈ। ਚਰਨੋਦਕ ਮਨ ਵਸਗਤ ਆਇਆ, ਅਤੇ ਚਰਨਾਮ੍ਰਿਤ ਲੈਣ ਦੇ ਨਾਲ ਮਨ ਕਾਬੂ ਵਿੱਚ ਆ ਜਾਂਦਾ, ਵਸ ਵਿੱਚ ਆ ਜਾਂਦਾ ਹੈ। ਇਸੇ ਲਈ ਅਸੀਂ ਬਾਣੀ ਵਿੱਚ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਗੁਰਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਭੀ ਗਤ ਪਾਹੇ। ਸਤਿਗੁਰੂ ਮਿਹਰ ਕਰੋ, ਨਾਮ ਰਸੀਏ ਗੁਰਸਿੱਖਾਂ ਦੀ ਚਰਨ ਧੂੜੀ ਬਖਸ਼ੋ, ਜਿਸ ਕਰਕੇ ਸਾਡੇ ਪਾਪੀਆਂ ਦਾ ਪਾਰ ਉਤਾਰਾ ਹੋ ਜਾਵੇ। ਧੂੜੀ ਲੇਖ ਮਿਟਾਇਆ, ਗੁਰਸਿੱਖ ਸਾਧੂ ਦੇ ਚਰਨਾਂ ਦੀ ਧੂੜ ਮਾੜੇ ਭੈੜੇ ਲੇਖਾਂ ਨੂੰ ਮੇਟ ਦਿੰਦੀ ਹੈ। ਜਦ ਅਸੀਂ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ ਖਾਲਸਾ ਜੀ, ਜ਼ਕਰੀਆ ਖਾਂ ਨੇ ਬਹੁਤ ਜ਼ੁਲਮ ਕੀਤਾ ਸਿੱਖਾਂ ਦੇ ਉੱਤੇ। 18ਵੀਂ ਸਦੀ ਵਿੱਚ ਭਾਈ ਸ਼ੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ, ਭਾਈ ਸ਼ੁਬੇਗ ਸਿੰਘ ਇਹ ਸਰਕਾਰੀ ਠੇਕੇਦਾਰ ਸਨ, ਪਰ ਸਿੱਖ ਸਨ, ਸਿੱਖੀ ਦਾ ਦਰਦ ਰੱਖਦੇ ਸੀ। ਕੋਈ ਵੀ ਗੱਲਬਾਤ ਹੁੰਦੀ ਸੀ ਤਾਂ ਕੌਮ ਨੂੰ ਪਹਿਲਾਂ ਹੀ ਅਗਾਹ ਕਰ ਦਿੰਦੇ ਸੀ, ਦੱਸ ਦਿਆ ਕਰਦੇ ਸੀ। ਜਦੋਂ ਜ਼ਕਰੀਆ ਖਾਂ ਨੇ ਨਵਾਬੀ ਭੇਜੀ, ਜਗੀਰ ਭੇਜੀ, ਉਦੋਂ ਭਾਈ ਸ਼ੁਬੇਗ ਸਿੰਘ ਹੀ ਲੈ ਕੇ ਆਏ ਸੀ। ਭਾਈ ਸ਼ੁਬੇਗ ਸਿੰਘ ਇਹਨਾਂ ਦਾ ਪੁੱਤਰ ਸ਼ਾਹਬਾਜ਼ ਸਿੰਘ ਇੱਕ ਕਾਜੀ ਦੇ ਕੋਲ ਪੜ੍ਹਦਾ ਸੀ। ਬੜੀ ਤੀਕਸ਼ਣ ਬੁੱਧੀ ਦਾ ਮਾਲਕ ਸੀ ਭਾਈ ਸ਼ਾਹਬਾਜ਼ ਸਿੰਘ। ਜੰਬਰ ਪਿੰਡ ਦੇ ਰਹਿਣ ਵਾਲੇ ਸਨ, ਅਤੇ ਕਾਜੀ ਨੇ ਵੇਖਿਆ ਵੀ ਇਹ ਤੀਕਸ਼ਣ ਬੁੱਧੀ ਦਾ ਮਾਲਕ ਹੈ, ਇਹਨੂੰ ਮੁਸਲਮਾਨ ਬਣਾਉਣਾ ਚਾਹੀਦਾ ਹੈ, ਕਿ ਵੱਡਾ ਵਿਦਵਾਨ ਸਾਡੇ ਮੁਸਲਮਾਨਾਂ ਵਿੱਚ ਹੋਵੇ। ਤਾਂ ਕਾਜੀ ਨੇ ਨਵਾਬ ਨੂੰ ਕੀ ਕਿਹਾ, ਉਹਨੇ ਇਹ ਝੂਠ ਗੱਲ ਕਹੀ ਵੀ ਇਹ ਜਿਹੜਾ ਸ਼ਾਹਬਾਜ਼ ਸਿੰਘ ਹੈ ਨਾ, ਇਹਨੇ ਮੁਹੰਮਦ ਸਾਹਿਬ ਦੀ ਲੜਕੀ ਬੀਬੀ ਫਾਤਮਾ ਬਾਰੇ ਮਾੜੇ ਸ਼ਬਦ ਬੋਲੇ ਹੈ। ਪਰ ਭਾਈ ਸ਼ਾਹਬਾਜ਼ ਸਿੰਘ ਨੇ ਕੋਈ ਮਾੜਾ ਸ਼ਬਦ ਨਹੀਂ ਸੀ ਬੋਲਿਆ। ਸਿੱਖ ਤਾਂ ਹਰੇਕ ਦੇ ਧਰਮ ਦਾ ਸਤਿਕਾਰ ਕਰਦਾ ਹੈ, ਕਿਸੇ ਦੇ ਧਰਮ ਦੇ ਪੈਰੋਕਾਰਾਂ ਬਾਰੇ ਕੋਈ ਮਾੜੇ ਸ਼ਬਦ ਨਹੀਂ ਬੋਲਦਾ। ਭਾਈ ਸ਼ਾਹਬਾਜ਼ ਸਿੰਘ ਨੂੰ ਨਵਾਬ ਦੇ ਕੋਲ ਲਿਆਂਦਾ ਗਿਆ, ਗ੍ਰਿਫਤਾਰ ਕੀਤਾ ਗਿਆ ਅਤੇ ਕਿਹਾ ਗਿਆ ਵੀ ਤੂੰ ਮੁਹੰਮਦ ਸਾਹਿਬ ਦੀ ਲੜਕੀ ਬੀਬੀ ਫਾਤਮਾ ਬਾਰੇ ਮਾੜੇ ਲਫ਼ਜ਼ ਬੋਲੇ ਨੇ। ਭਾਈ ਸ਼ਾਹਬਾਜ਼ ਸਿੰਘ ਕਹਿੰਦੇ ਨਹੀਂ, ਮੈਂ ਬਿਲਕੁਲ ਨਹੀਂ, ਕੋਈ ਲਫ਼ਜ਼ ਨਹੀਂ ਬੋਲਿਆ। ਕਹਿੰਦੇ ਤੈਨੂੰ ਮੁਸਲਮਾਨ ਬਣਨਾ ਪੈਣਾ ਹੈ, ਇਸਲਾਮ ਨੂੰ ਧਾਰਨ ਕਰ, ਸਿੱਖੀ ਛੱਡ ਦੇ।
ਭਾਈ ਸ਼ਾਹਬਾਜ਼ ਸਿੰਘ ਨੇ ਕਿਹਾ ਨਹੀਂ, ਮੈਂ ਸਿੱਖੀ ਦਾ ਤਿਆਗ ਨਹੀਂ ਕਰਨਾ। ਅਤੇ ਭਾਈ ਸ਼ਾਹਬਾਜ਼ ਸਿੰਘ ਦੇ ਪਿਤਾ ਸ਼ੁਬੇਗ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਦੋਨਾਂ ਪਿਓ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦੇਣ ਲੱਗੇ ਕਿ ਜਾਂ ਤਾਂ ਮੁਸਲਮਾਨ ਹੋ ਜਾਓ ਅਤੇ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ। ਭਾਈ ਸ਼ਾਹਬਾਜ਼ ਸਿੰਘ ਅਤੇ ਭਾਈ ਸ਼ੁਬੇਗ ਸਿੰਘ ਨੇ ਮਰਨਾ ਤਾਂ ਪ੍ਰਵਾਨ ਕਰ ਲਿਆ, ਪਰ ਮੁਸਲਮਾਨ ਹੋਣਾ ਪ੍ਰਵਾਨ ਨਹੀਂ ਕੀਤਾ। ਬੇੜੀਆਂ ਵਿੱਚ ਪਾ ਕੇ, ਪੈਰਾਂ 'ਚ ਬੇੜੀਆਂ, ਹੱਥਾਂ 'ਚ ਬੇੜੀਆਂ ਪਾ ਕੇ ਪਿਓ ਪੁੱਤਰ ਨੂੰ ਵੱਖਰੇ ਰੱਖਿਆ ਗਿਆ। ਕਈ ਲਾਲਚ ਦਿੱਤੇ ਗਏ ਭਾਈ ਸ਼ਾਹਬਾਜ਼ ਸਿੰਘ ਨੂੰ ਵੀ ਤੂੰ ਤਾਂ ਅਜੇ ਨੌਜਵਾਨ ਹੈ, ਤੇਰੇ ਪਿਤਾ ਨੇ ਤਾਂ ਉਮਰ ਹੰਢਾ ਲਈ, ਵੇਖ ਜਗੀਰਾਂ ਮਿਲਣਗੀਆਂ, ਡੋਲੇ ਮਿਲਣਗੇ, ਮੁਸਲਮਾਨ ਬਣ ਜਾ। ਅਤੇ ਭਾਈ ਸ਼ਾਹਬਾਜ਼ ਸਿੰਘ ਨੇ ਇਨਕਾਰ ਕਰ ਦਿੱਤਾ, ਸਿਰ ਫੇਰ ਦਿੱਤਾ। ਤਸੀਹੇ ਦਿੱਤੇ ਗਏ, ਚਰਖੜੀ 'ਤੇ ਚਾੜ੍ਹਿਆ ਗਿਆ, ਫਿਰ ਹੋਸ਼ ਵਿੱਚ ਲਿਆਂਦਾ ਗਿਆ, ਵੱਖਰਿਆਂ ਰੱਖਿਆ ਪਿਤਾ ਪੁੱਤਰ ਨੂੰ। ਅਤੇ ਭਾਈ ਸ਼ਾਹਬਾਜ਼ ਸਿੰਘ ਨੂੰ ਪੁੱਛਦੇ ਹੈ, ਮੁਸਲਮਾਨ ਬਣ ਜਾ, ਅਜੇ ਵੀ ਮੌਕਾ ਹੈ। ਭਾਈ ਸ਼ਾਹਬਾਜ਼ ਸਿੰਘ ਚੁੱਪ ਹਨ ਅਤੇ ਮੁਸਲਮਾਨਾਂ ਉਹਨਾਂ ਕਾਜ਼ੀਆਂ ਨੇ ਇਹ ਮਨ ਵਿੱਚ ਜਾਣ ਲਿਆ ਵੀ ਸ਼ਾਇਦ ਇਹ ਹੁਣ ਮੁਸਲਮਾਨ ਬਣਨ ਵਾਸਤੇ ਮੰਨ ਗਿਆ ਹੈ, ਜੋ ਅੱਗੋਂ ਜਵਾਬ ਨਹੀਂ ਦਿੰਦਾ। ਅਤੇ ਭਾਈ ਸ਼ੁਬੇਗ ਸਿੰਘ ਨੂੰ ਆ ਕੇ ਦੱਸਿਆ ਕਿ ਤੇਰਾ ਪੁੱਤਰ ਤਾਂ ਮੁਸਲਮਾਨ ਹੋਣਾ ਮੰਨ ਗਿਆ ਹੈ, ਤੂੰ ਵੀ ਮੰਨ ਜਾ। ਭਾਈ ਸ਼ੁਬੇਗ ਸਿੰਘ ਨੇ ਕਿਹਾ ਮੈਂ ਇਸ ਤਰ੍ਹਾਂ ਤੁਹਾਡੇ ਉੱਤੇ ਯਕੀਨ ਨਹੀਂ ਕਰਾਂਗਾ, ਮੇਰੇ ਸਾਹਮਣੇ ਲੈ ਕੇ ਆਓ। ਤਾਂ ਭਾਈ ਸ਼ਾਹਬਾਜ਼ ਸਿੰਘ ਨੂੰ, ਪੁੱਤਰ ਨੂੰ ਪਿਤਾ ਦੇ ਸਾਹਮਣੇ ਨੇੜੇ ਲਿਆਂਦਾ ਗਿਆ। ਭਾਈ ਸ਼ੁਬੇਗ ਸਿੰਘ ਨੇ ਨੇਤਰਾਂ 'ਚ ਨੇਤਰ ਪਾ ਕੇ ਤੱਕਿਆ ਔਰ ਮੱਥੇ ਵੱਲ ਵੇਖਿਆ। ਭਾਈ ਸ਼ਾਹਬਾਜ਼ ਸਿੰਘ ਦੇ ਲੇਖ ਪੜ੍ਹਿਆ, ਲਿਖਿਆ ਸੀ ਇੱਕ ਵਾਰ ਇਹਨੇ ਮੁਸਲਮਾਨ ਬਣਨਾ ਹੈ। ਭਾਈ ਸਾਹਿਬ ਸ਼ਾਹਬਾਜ਼ ਸਿੰਘ ਦੇ ਲੇਖ ਪੜ੍ਹ ਕੇ ਹੈਰਾਨ ਰਹਿ ਗਏ। ਗੁਰੂ ਚਰਨਾਂ 'ਚ ਅਰਦਾਸ ਕੀਤੀ ਅਤੇ ਉਸੇ ਵੇਲੇ ਜਦੋਂ ਬਿਲਕੁਲ ਨਜ਼ਦੀਕ ਸੀ ਨਾ, ਪੈਰਾਂ 'ਚ ਭਾਵੇਂ ਬੇੜੀਆਂ ਸੀ, ਆਪਣੇ ਚਰਨਾਂ ਦਾ ਅੰਗੂਠਾ ਸ਼ਾਹਬਾਜ਼ ਸਿੰਘ ਦੇ ਮੱਥੇ ਵਿੱਚ ਲਾਇਆ। ਪੂਰਨ ਗੁਰਸਿੱਖ ਸਨ ਭਾਈ ਸ਼ੁਬੇਗ ਸਿੰਘ ਜੀ। ਅਤੇ ਉਹਨਾਂ ਨੂੰ ਕਹਿਣ ਲੱਗੇ, ਕਾਜ਼ੀਆਂ ਨੂੰ, ਮੁਸਲਮਾਨਾਂ ਨੂੰ ਕਹਿੰਦੇ, ਲਓ ਹੁਣ ਪੁੱਛੋ। ਪੁੱਛਦੇ ਨੇ ਭਾਈ ਸ਼ਾਹਬਾਜ਼ ਸਿੰਘ ਨੂੰ, ਮੁਸਲਮਾਨ ਬਣਨਾ ਪ੍ਰਵਾਨ ਕਰ ਲੈ। ਅਤੇ ਭਾਈ ਸ਼ਾਹਬਾਜ਼ ਸਿੰਘ ਕਹਿੰਦੇ, ਨਹੀਂ, ਇਹ ਕਦੀ ਨਹੀਂ ਹੋ ਸਕਦਾ। ਮੈਂ ਗੁਰੂ ਦਾ ਸੱਚਾ ਸਿੱਖ ਹਾਂ, ਮੈਨੂੰ ਮੌਤ ਤਾਂ ਪ੍ਰਵਾਨ ਹੈ, ਪਰ ਮੁਸਲਮਾਨ ਬਣਨਾ ਪ੍ਰਵਾਨ ਨਹੀਂ। ਧੂੜੀ ਲੇਖ ਮਿਟਾਇਆ। ਇਸ ਤਰ੍ਹਾਂ ਗੁਰਸਿੱਖ ਸਾਧੂ ਦੇ ਚਰਨਾਂ ਦੀ ਧੂੜ ਲੇਖਾਂ ਨੂੰ ਮੇਟ ਦਿੰਦੀ ਹੈ। ਜੋ ਮਾੜੇ ਲੇਖ ਨੇ, ਕੁਲੇਖ ਨੇ, ਉਹਨਾਂ ਨੂੰ ਮੇਟ ਦਿੰਦੀ ਹੈ। ਇਹਦਾ ਜ਼ਿਕਰ ਸਾਡੇ ਇਤਿਹਾਸ ਵਿੱਚ ਮਿਲਦਾ ਹੈ। ਅਤੇ ਭਾਈ ਸ਼ਾਹਬਾਜ਼ ਸਿੰਘ ਨੇ ਸ਼ਬਦ ਕਹੇ ਸਨ, ਭਾਈ ਸ਼ੁਬੇਗ ਸਿੰਘ ਨੇ ਸ਼ਬਦ ਕਹੇ ਸਨ। ਜਦੋਂ ਭਾਈ ਸ਼ੁਬੇਗ ਸਿੰਘ ਨੂੰ ਕਿਹਾ ਵੀ ਆਪਣੀ ਕੁੱਲ ਰੱਖ ਲੈ, ਅਤੇ ਭਾਈ ਸ਼ੁਬੇਗ ਸਿੰਘ ਨੇ ਬਚਨ ਕਹੇ ਸੀ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਉਹ ਸ਼ਬਦ ਹਨ, ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਕਹਿੰਦੇ ਸਾਡੇ ਵਾਸਤੇ ਤਾਂ ਗੁਰੂ ਨੇ ਆਪਣੀ ਕੁੱਲ ਗਵਾ ਲਈ, ਸਰਬੰਸ ਵਾਰ ਦਿੱਤਾ, ਅਤੇ ਅਸੀਂ ਕੁੱਲ ਰੱਖ ਲਈਏ, ਅਤੇ ਇਹਦੇ ਵਿੱਚ ਕਿਹੜੀ ਵਡਿਆਈ ਵਾਲੀ ਗੱਲ ਹੈ। ਇਸਲਾਮ ਕਬੂਲ ਨਹੀਂ, ਮੌਤ ਕਬੂਲ ਹੈ। ਦੋਵਾਂ ਪਿਤਾ ਪੁੱਤਰ ਨੂੰ ਚਰਖੜੀ 'ਤੇ ਚਾੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ। ਸੋ ਇਸ ਤਰ੍ਹਾਂ ਧੂੜੀ ਲੇਖ ਮਿਟਾਉਂਦੀ, ਧੂੜੀ ਲੇਖ ਮਿਟਾਇਆ, ਚਰਨ ਉਦਕ ਮਨ ਵਸਗਤ ਆਇਆ। ਗੁਰੂ ਚਰਨਾਂ 'ਚ ਨਮਸਕਾਰ ਕਰਦੇ ਹਾਂ। ਗੁਰ ਚਰਨਾਂ ਦੀ, ਗੁਰਸਿੱਖਾਂ ਦੀ ਧੂੜ ਸਾਡੇ ਮਸਤਕ 'ਤੇ ਲੱਗਦੀ ਹੈ। ਸੋ ਚਰਨਾ ਅੰਮ੍ਰਿਤ ਇਹ ਲੈਣ ਦੇ ਨਾਲ ਮਨ ਵਸ ਵਿੱਚ ਆ ਜਾਂਦਾ ਹੈ। ਪੈਰੀ ਪੈ ਜਗ ਚਰਨੀ ਲਾਇਆ। ਗੁਰਸਿੱਖ ਨੇ ਗੁਰੂ ਦੇ ਪੈਰੀਂ ਪੈ ਕੇ ਜਗ ਚਰਨੀ ਲਾਇਆ। ਸਾਰੇ ਜਗਤ ਨੂੰ ਗੁਰੂ ਦੇ ਚਰਨੀ ਲਾ ਦਿੱਤਾ। ਆਪ ਗੁਰਚਰਨਾਂ ਦੇ ਨਾਲ ਜੁੜਿਆ ਹੈ ਅਤੇ ਜਗਤ ਨੂੰ ਵੀ ਗੁਰਚਰਨਾਂ ਦੇ ਨਾਲ ਲਾਇਆ ਹੈ। ਸੋ ਐਸੀ ਗੁਰਸਿੱਖ ਦੀ ਕਰਨੀ ਹੈ। ਚੌਥੀ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਫੁਰਮਾਨ ਕਰਦੇ ਹੈ, ਚਰਨ ਉਦਕ ਹੋਏ ਸੁਰਸਰੀ, ਤਜ ਬੈਕੁੰਠ ਧਰਤ ਵਿੱਚ ਆਈ। ਸੋ ਇਹ ਜਿਹੜੀ ਚੌਥੀ ਪੌੜੀ ਹੈ ਨਾ, ਇਹਦੀਆਂ ਪਹਿਲੀਆਂ ਜਿਹੜੀਆਂ
4 ਤੁਕਾਂ ਹਨ। ਇਹਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਜੋ ਲੋਕ ਪ੍ਰਸਿੱਧ ਕਥਾ ਉਸ ਦਾ ਜ਼ਿਕਰ ਕੀਤਾ ਹੈ। ਗੁਰਮਤਿ ਦਾ ਸਿਧਾਂਤ ਜਿਹੜਾ ਉਹ ਅੱਗੇ 5ਵੀਂ ਤੁਕ ਤੋਂ ਦੱਸਦੇ ਹੈ, ਕਿਉਂਕਿ ਜੋ ਲੋਕ ਦੇ ਵਿੱਚ ਸੰਸਾਰ ਵਿੱਚ ਕਥਾਵਾਂ ਪ੍ਰਸਿੱਧ ਹਨ, ਸਨਾਤਨ ਮਤ ਦੇ ਧਰਮ ਗ੍ਰੰਥਾਂ ਵਿੱਚ ਜਿਵੇਂ ਜ਼ਿਕਰ ਹੈ, ਉਹਨੂੰ ਦ੍ਰਿਸ਼ਟਾਂਤ ਮਾਤਰ ਲੈਂਦੇ ਆ ਭਾਈ ਗੁਰਦਾਸ ਜੀ, ਅਤੇ ਫਿਰ ਆਪਣਾ ਗੁਰਮਤਿ ਦਾ ਜਿਹੜਾ ਸਿਧਾਂਤ ਉਹ ਦੱਸਦੇ ਆ। ਚਰਨ ਉਦਕ ਹੋਏ ਸੁਰਸਰੀ ਤਜ ਬੈਕੁੰਠ ਧਰਤ ਵਿੱਚ ਆਈ। ਇਹ ਲੋਕ ਪ੍ਰਸਿੱਧ ਕਥਾ ਹੈ। ਸਨਾਤਨ ਮਤ ਵਿੱਚ ਇਹ ਕਥਾ ਪ੍ਰਸਿੱਧ ਹੈ ਵੀ ਜਿਹੜੀ ਸੁਰਸਰੀ ਹੈ ਨਾ ਗੰਗਾ, ਇਹ 52 ਅਵਤਾਰ ਦੇ ਚਰਨਾਂ ਦਾ ਚਰਨਾਮ੍ਰਿਤ ਹੋਣ ਕਰਕੇ ਬੈਕੁੰਠ ਨੂੰ ਛੱਡ ਕੇ ਕਹਿੰਦੇ ਧਰਤੀ ਵਿੱਚ ਆਈ ਹੈ। ਗੰਗਾ ਜਿਹੜੀ ਹੈ ਇਹ ਸਨਾਤਨ ਮਤ ਦੀ ਮਨੌਤ ਹੈ। ਗੁਰਮਤਿ ਇਸ ਨੂੰ ਨਹੀਂ ਮੰਨਦੀ। ਇਹ ਉਸ ਕਥਾ ਦਾ ਜ਼ਿਕਰ ਕਰਦੇ ਨੇ, ਦ੍ਰਿਸ਼ਟਾਂਤ ਦਿੰਦੇ ਨੇ ਭਾਈ ਗੁਰਦਾਸ ਜੀ ਵੀ ਲੋਕ ਇਹ ਗੱਲ ਕਹਿੰਦੇ ਹੈ ਵੀ ਜਿਹੜਾ 52 ਅਵਤਾਰ ਹੈ ਉਹਦੇ ਚਰਨਾਂ ਦਾ ਅੰਮ੍ਰਿਤ ਹੈ ਇਹ ਗੰਗਾ, ਅਤੇ ਬੈਕੁੰਠ ਨੂੰ ਛੱਡ ਕੇ ਇਸ ਮਾਤ ਲੋਕ ਧਰਤੀ 'ਤੇ ਆਈ ਹੈ। 900 ਨਦੀ 99 68 ਤੀਰਥ ਅੰਗ ਸਮਾਈ। 999 ਨਦੀਆਂ ਅਤੇ 68 ਤੀਰਥ ਜਿਹੜੇ ਨੇ ਇਹਨਾਂ ਨੇ ਗੰਗਾ ਦੇ ਵਿੱਚ ਸਮਾਈ ਕੀਤੀ ਹੈ ਵੀ ਸਾਰੇ ਗੰਗਾ 'ਚ ਵਸਦੇ ਨੇ। ਇਹ ਲੋਕ ਮੰਨਦੇ ਆ, ਭਾਈ ਗੁਰਦਾਸ ਜੀ ਨਹੀਂ ਮੰਨਦੇ। ਭਾਈ ਗੁਰਦਾਸ ਜੀ ਸਿਧਾਂਤ ਅੱਗੇ ਦੱਸਣਗੇ ਵੀ ਸਨਾਤਨ ਮਤ ਵਾਲੇ ਇਹ ਮੰਨਦੇ ਆ ਵੀ ਜਿੰਨੀਆਂ ਨਦੀਆਂ ਨੇ ਨਾ ਸਾਰੀਆਂ ਗੰਗਾ ਵਿੱਚ ਹਨ, 68 ਤੀਰਥ ਵੀ ਗੰਗਾ ਵਿੱਚ ਹਨ। ਮਤਲਬ ਉਹਨਾਂ ਦਾ ਕਹਿਣ ਦਾ ਹੈ ਵੀ ਗੰਗਾ ਦੇ ਇਸ਼ਨਾਨ ਦਾ ਫਲ ਬੜਾ ਵੱਡਾ ਹੈ, ਵੀ ਗੰਗਾ 'ਚ ਇਸ਼ਨਾਨ ਕਰ ਲਿਆ 68 ਤੀਰਥਾਂ 'ਤੇ ਹੋਰ ਸਾਰੀਆਂ ਨਦੀਆਂ ਦਾ ਇਸ਼ਨਾਨ ਹੋ ਗਿਆ। ਇੱਦਾਂ ਉਹ ਗੰਗਾ ਨੂੰ ਸ੍ਰੇਸ਼ਟ ਮੰਨਦੇ ਹੈ। ਤਿਹੋ ਲੋਈ ਪਰਵਾਨ ਹੈ ਮਹਾਦੇਵ ਲੈ ਸੀਸ ਚੜ੍ਹਾਈ। ਅਤੇ ਹੋਰ ਉਹ ਕੀ ਕਹਿੰਦੇ ਹੈ, ਉਹ ਲੋਕ ਇਹ ਗੱਲ ਕਹਿੰਦੇ ਆ ਵੀ ਤਿੰਨਾਂ ਲੋਕਾਂ ਦੇ ਵਿੱਚ ਇਹ ਗੰਗਾ ਪ੍ਰਵਾਨ ਹੈ, ਇਹ ਪ੍ਰਮਾਣੀਕ ਹੋਈ ਹੈ। ਉਹਦੀਆਂ 3 ਧਾਰਾਂ ਨੇ ਗੰਗਾ ਦੀਆਂ। ਜਿਹੜੀ ਪਤਾਲ ਦੀ ਧਾਰਾ ਹੈ ਉਹਦਾ ਨਾਮ ਭੋਗਾਵਤੀ ਹੈ। ਜਿਹੜੀ ਸਵਰਗ ਦੇ ਵਿੱਚ ਗੰਗਾ ਦੀ ਧਾਰਾ ਹੈ ਉਹਦਾ ਨਾਮ ਅਮਰਾਵਤੀ ਹੈ। ਔਰ ਇਸੇ ਤਰ੍ਹਾਂ ਜਿਹੜੀ ਇੱਥੇ ਧਰਤੀ 'ਤੇ ਵਹਿੰਦੀ ਇਹਨੂੰ ਗੰਗਾ ਕਹਿੰਦੇ ਹੈ। ਸੋ ਤਿੰਨਾਂ ਲੋਕਾਂ ਵਿੱਚ ਕਹਿੰਦੇ ਇਹ ਪ੍ਰਵਾਨ ਹੈ। ਅਤੇ ਮਹਾਦੇਵ ਜਿਹੜਾ ਸ਼ਿਵ ਜੀ ਹੈ ਲੈ ਸੀਸ ਚੜ੍ਹਾਈ, ਕਹਿੰਦੇ ਉਹਨੇ ਇਹ ਗੰਗਾ ਦੀ ਧਾਰਾ ਨੂੰ ਆਪਣੇ ਸੀਸ ਦੇ ਉੱਤੇ ਚੜ੍ਹਾਇਆ ਹੋਇਆ ਹੈ। ਉਹਦੀਆਂ ਜਟਾਵਾਂ ਦੇ ਵਿੱਚੋਂ ਹੋ ਕੇ ਗੰਗਾ ਵਹਿੰਦੀ ਹੈ। ਦੇਵੀ ਦੇਵ ਸਰੇਵ ਦੇ ਜੈ ਜੈਕਾਰ ਵੱਡੀ ਵਡਿਆਈ। ਹੋਰ ਕੀ ਗੱਲ ਕਹਿੰਦੇ ਆ ਲੋਕੀ ਸਨਾਤਨ ਮਤ ਵਾਲੇ? ਉਹ ਇਹ ਕਹਿੰਦੇ ਆ ਵੀ ਦੇਵੀ ਦੇਵਤੇ ਸਾਰੇ ਗੰਗਾ ਨੂੰ ਸੇਵਦੇ ਹੈ। ਜਿੰਨੇ ਦੇਵੀ ਦੇਵਤੇ ਨੇ ਨਾ ਉਹ ਗੰਗਾ ਦੀ ਸੇਵਾ ਕਰਦੇ ਹੈ। ਜੈ ਜੈਕਾਰ ਵੱਡੀ ਵਡਿਆਈ, ਇਹ ਗੱਲ ਕਹਿੰਦੇ ਆ ਵੀ ਗੰਗਾ ਦੀ ਸਾਰੇ ਪਾਸੇ ਜੈ ਜੈਕਾਰ ਹੈ, ਇਹਦੀ ਵਡਿਆਈ ਵੱਡੀ ਹੈ, ਗੰਗਾ ਦੀ ਵਡਿਆਈ ਵੱਡੀ ਹੈ। ਪਰ ਹੁਣ ਭਾਈ ਗੁਰਦਾਸ ਜੀ ਦੱਸਦੇ ਆ, ਸੁਣੋ। ਸਣ ਗੰਗਾ ਬੈਕੁੰਠ ਲੱਖ, ਲੱਖ ਬੈਕੁੰਠ ਨਾਥ ਲਿਵ ਲਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ ਵੀ ਲੱਖਾਂ ਬੈਕੁੰਠ ਅਤੇ ਲੱਖਾਂ ਹੀ ਬੈਕੁੰਠਾਂ ਦੇ ਜਿਹੜੇ ਸਵਾਮੀ ਮਾਲਕ ਨੇ ਇਸ ਗੰਗਾ ਦੇ ਸਮੇਤ ਲਿਵ ਲਾ ਕੇ ਧਿਆਨ ਧਰ ਕੇ ਅਤੇ ਇਹ ਗੱਲ ਕਹਿੰਦੇ ਹੈ। ਉਹ ਲੋਕ ਤਾਂ ਕਹਿੰਦੇ ਆ ਵੀ ਗੰਗਾ ਵੱਡੀ ਹੈ, ਗੰਗਾ ਮਹਾਨ ਹੈ, ਗੰਗਾ ਦੀ ਜੈ ਜੈਕਾਰ ਹੈ, ਪਵਿੱਤਰ ਹੈ ਗੰਗਾ ਦਾ ਇਸ਼ਨਾਨ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਲੱਖਾਂ ਹੀ ਬੈਕੁੰਠ, ਲੱਖਾਂ ਹੀ ਬੈਕੁੰਠ ਦੇ ਸਵਾਮੀ ਮਾਲਕ ਗੰਗਾ ਦੇ ਸਮੇਤ ਲਿਵ ਲਾ ਕੇ ਧਿਆਨ ਲਾ ਕੇ ਇਹ ਗੱਲ ਕਹਿੰਦੇ ਹੈ। ਕੀ ਗੱਲ ਕਹਿੰਦੇ ਹੈ ਇਹ ਧਿਆਨ ਨਾਲ ਸੁਣੋ। ਉਹ ਇਹ ਕਹਿੰਦੇ ਹੈ ਸਾਧੂ ਧੂੜ ਦੁਲੰਭ ਹੈ, ਸਾਧ ਸੰਗਤ ਸਤਿਗੁਰ ਸਰਣਾਈ। ਇਹ ਸਾਰੇ ਕਹਿੰਦੇ ਆ ਵੀ ਸਾਧੂ ਦੀ ਜਿਹੜੀ ਚਰਨ ਧੂੜ ਹੈ ਇਹ ਬਹੁਤ ਦੁਰਲੱਭ ਹੈ। ਸਾਧ ਸੰਗਤ ਸਤਿਗੁਰ ਸਰਣਾਈ, ਸਾਧ ਸੰਗਤ ਦੇ ਵਿੱਚੋਂ ਅਤੇ ਸਤਿਗੁਰੂ ਦੀ ਸ਼ਰਨ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ ਸਾਧੂ ਦੀ ਚਰਨ ਧੂੜ। ਧੂੜੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ।
ਸਤਿਗੁਰੂ ਦਾ ਬਚਨ ਪੜੋ। ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਸੋ ਉਹ ਤਾਂ ਗੰਗਾ ਨੂੰ ਮਹਾਨ ਕਹਿੰਦੇ ਹੈ। ਲੱਖਾਂ ਬੈਕੁੰਠ ਗੰਗਾ ਦੇ ਸਮੇਤ ਬੈਕੁੰਠਾਂ ਦੇ ਸੁਆਮੀ ਇਹ ਕਹਿੰਦੇ ਆ ਕਿ ਸਾਧੂ ਦੀ ਧੂੜੀ ਦੁਰਲੱਭ ਹੈ ਔਰ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਚਰਨ ਕਵਲ ਦਲ ਕੀਮ ਨਾ ਪਾਈ। ਸੋ ਸਾਧੂ ਦੇ ਜਿਹੜੇ ਚਰਨ ਕਮਲ ਹਨ, ਉਹਦੇ ਚਰਨਾਂ ਕਮਲਾਂ ਦੇ ਇੱਕ ਦਲ, ਇੱਕ ਪੰਖੜੀ, ਇੱਕ ਜੋ ਪੱਤਰ ਪੱਤਾ ਹੈ, ਉਹਦੀ ਕੀਮਤ ਨਹੀਂ ਕਿਸੇ ਨੇ ਵੀ ਪਾਈ ਹੈ। ਸੋ ਲੋਕਾਂ ਨੇ ਗੰਗਾ ਨੂੰ ਪਵਿੱਤਰ ਮੰਨਿਆ। ਭਾਈ ਸਾਹਿਬ ਨੇ ਦ੍ਰਿਸ਼ਟਾਂਤ ਦੇ ਕੇ ਦੱਸਿਆ ਹੈ ਵੀ ਜਿਹੜੇ ਗੁਰਸਿੱਖ ਸਾਧੂ ਹਨ, ਉਹਨਾਂ ਦੀ ਚਰਨ ਧੂੜੀ ਨੂੰ ਵੀ ਗੰਗਾ ਵਰਗੇ ਤੀਰਥ ਲੋਚਦੇ ਹੈ। ਸਿੱਖ ਨੂੰ ਗੰਗਾ 'ਤੇ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ। ਕੀ ਲੋੜ ਹੈ? ਗੁਰਸਿੱਖ ਸਾਧੂਆਂ ਨਾਮ ਰਸੀਆਂ ਦੀ ਸੰਗਤ ਕਰਨ ਦੀ। ਉਹਨਾਂ ਦੀ ਸੰਗਤ ਦੇ ਵਿੱਚੋਂ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਗੁਰਸਿੱਖਾਂ ਦੀ ਸੰਗਤ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਚਰਨਾਂ ਦਾ ਪਿਆਰ ਮਿਲਦਾ ਹੈ। ਗੁਰ ਸ਼ਬਦ ਦੀ ਸੋਝੀ ਆਉਂਦੀ ਹੈ। ਸ਼ਬਦ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸੋ ਇਸ ਲਈ ਗੁਰਸਿੱਖ ਦੇ ਚਰਨਾਂ ਦੀ ਧੂੜੀ ਉਹ ਮਹਾਨ ਹੈ। ਸਤਿਗੁਰੂ ਪਾਤਸ਼ਾਹ ਜੀ ਮਿਹਰ ਕਰਨ। ਪਾਵਨ ਭਾਈ ਗੁਰਦਾਸ ਦੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਸਾਧੂ ਧੂੜ ਦੁਲੰਭ ਹੈ, ਸਾਧ ਸੰਗਤ ਸਤਿਗੁਰ ਸਰਣਾਈ। ਚਰਨ ਕਵਲ ਦਲ ਕੀਮ ਨਾ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।